Hello students, today we are going to start new chapter, that is MS Excel part 1. This chapter is of 9th class, so let's start from the introduction. First of all, the introduction देखो. We know that Microsoft Excel is used to calculate the mathematical and scientific calculations. ਸਭ ਨੂੰ ਪਤਾ ਹੈ ਕਿ ਐਕਸਲ ਜਿਹੜਾ ਇੱਕ ਵਰਕਸ਼ੀਟ ਹੁੰਦੀ ਆ, ਠੀਕ ਹੈ, ਜਿਹਦੇ ਵਿੱਚ ਰੋਜ਼ ਐਂਡ ਕਾਲਮਸ ਦੇ ਵਿੱਚ ਡਾਟਾ ਨੂੰ ਤੁਸੀਂ ਸਟੋਰ ਕਰਦੇ ਆ। ਅਤੇ ਮਾਈਕਰੋਸੋਫਟ ਐਕਸਲ ਕਿਉਂ ਯੂਜ਼ ਕਰਦੇ ਹਾਂ ਅਸੀਂ? ਮੈਥਮੈਟੀਕਲ ਕੈਲਕੂਲੇਸ਼ਨ ਕਰਨ ਦੇ ਲਈ ਜਾਂ ਫਿਰ ਅਸੀਂ ਸਾਇੰਟੀਫਿਕ ਕੈਲਕੂਲੇਸ਼ਨਸ ਕਰਨ ਦੇ ਲਈ ਅਸੀਂ ਯੂਜ਼ ਕਰਦੇ ਹਾਂ ਐਕਸਲ ਨੂੰ। ਐਨ ਐਕਸਲ ਵਰਕਬੁੱਕ ਕੰਸਿਸਟ ਆਫ ਮੈਨੀ ਵਰਕਸ਼ੀਟਸ ਦੈਟ ਆਰ ਯੂਜ਼ ਟੂ ਪਰਫੋਰਮ ਦੀਜ਼ ਕੈਲਕੂਲੇਸ਼ਨਸ। ਇਹਦੇ ਵਿੱਚ ਇੱਕ ਐਕਸਲ ਵਰਕਬੁੱਕ ਹੁੰਦੀ ਆ ਜਿਹਦੇ ਵਿੱਚ ਮਲਟੀਪਲ ਵਰਕਸ਼ੀਟਸ ਹੁੰਦੀਆਂ ਆ, ਠੀਕ ਹੈ। ਇੱਕ ਵਰਕਬੁੱਕ ਦੇ ਵਿੱਚ 3 ਵਰਕਸ਼ੀਟਸ ਜਿਹੜੀਆਂ ਆ ਡਿਫੋਲਟ ਹੁੰਦੀਆਂ ਆ, ਸੋ ਤੁਸੀਂ ਇਹਨਾਂ ਨੂੰ ਐਡ ਵੀ ਹੋਰ ਮਲਟੀਪਲ ਵਰਕਸ਼ੀਟਸ ਜਿਹੜੀਆਂ ਉਹ ਐਡ ਕਰ ਸਕਦੇ ਆ ਅਕੋਰਡਿੰਗ ਟੂ ਦੀ ਰਿਕੁਆਇਰਮੈਂਟ। Then a worksheet is made up of rows and columns intersection of a row and column generate a cell। ਹੁਣ ਇੱਕ ਵਰਕਸ਼ੀਟ ਜਿਹੜੀ ਹੁੰਦੀ ਆ ਉਹਦੇ ਵਿੱਚ ਕੀ ਹੁੰਦਾ? ਰੋਜ਼ ਹੁੰਦੀਆਂ ਆ, ਕਾਲਮਸ ਹੁੰਦੇ ਆ, ਠੀਕ ਹੈ। ਰੋਜ਼ ਐਂਡ ਕਾਲਮਸ ਜਦੋਂ ਇੰਟਰਸੈਕਟ ਕਰਦੇ ਮੀਨਸ ਇੱਕ ਰਿਕਟੈਂਗੂਲਰ ਜਿਹੜਾ ਜਦੋਂ ਬਾਕਸ ਬਣਦਾ ਆ, ਠੀਕ ਹੈ, ਇਸ ਤਰ੍ਹਾਂ ਦਾ, ਇਹ ਕੀ ਆ? ਇੱਕ ਸੈੱਲ, ਇਹਨੂੰ ਆਪਾਂ ਸੈੱਲ ਕਹਿੰਦੇ ਆ, ਠੀਕ। ਨੈਕਸਟ ਅੱਗੇ ਆ ਜਾਓ, ਫਾਰਮੈਟਿੰਗ ਸੈਲਸ। ਫਸਟ ਆਫ ਆਲ ਫਾਰਮੈਟਿੰਗ ਪਤਾ ਹੋਣਾ ਚਾਹੀਦਾ ਕੀ ਹੁੰਦੀ ਆ, ਫਾਰਮੈਟਿੰਗ ਦਾ ਮੀਨਿੰਗ ਕੀ ਆ। ਫਾਰਮੈਟਿੰਗ ਜਿਹੜੀ ਹੁੰਦੀ ਆ ਜਦੋਂ ਅਸੀਂ ਬੋਲਡ ਕਰਦੇ ਹਾਂ ਟੈਕਸਟ ਨੂੰ, ਠੀਕ ਆ, ਵੱਡਾ ਕਰਦੇ ਹਾਂ, ਜਾਂ ਇਟੈਲਿਕ ਫਾਰਮ ਦੇ ਵਿੱਚ ਟੇਢੇ ਅੱਖਰ ਲਿਖਦੇ ਹਾਂ, ਜਾਂ ਅੰਡਰਲਾਈਨ ਕਰਦੇ ਹਾਂ ਟੈਕਸਟ ਨੂੰ, ਜਾਂ ਫਿਰ ਅਸੀਂ ਫੌਂਟ ਉਹਦਾ ਚੇਂਜ ਕਰ ਦਿੰਦੇ ਹਾਂ, ਟੈਕਸਟ ਦਾ ਫੌਂਟ ਚੇਂਜ ਕਰ ਦਿੰਦੇ ਹਾਂ, ਜਾਂ ਫਿਰ ਉਹਦਾ ਸਾਈਜ਼ ਚੇਂਜ ਕਰਦੇ ਹਾਂ। ਫਾਰਮੈਟਿੰਗ ਉਹਨੂੰ ਕਹਿੰਦੇ ਆ। ਸਾਰੀਆਂ ਚੀਜ਼ਾਂ ਫਾਰਮੈਟਿੰਗ ਦੇ ਅੰਡਰ ਆਉਂਦੀਆਂ ਆ। ਕਲੀਅਰ? ਦੇਖੋ, ਈਚ ਸੈੱਲ ਇਨ ਏ ਵਰਕਸ਼ੀਟ ਕੈਨ ਬੀ ਫਾਰਮੈਟਡ ਵਿਦ ਮੈਨੀ ਪ੍ਰੋਪਰਟੀਜ਼। ਆਹ ਸਾਰੀਆਂ ਪ੍ਰੋਪਰਟੀਜ਼ ਆ, ਫੋਰ ਐਗਜ਼ਾਮਪਲ ਬੋਲਡ, ਇਟੈਲਿਕ, ਅੰਡਰਲਾਈਨ, ਠੀਕ ਹੈ, ਫੌਂਟ ਚੇਂਜ ਕਰਨਾ ਹੋ ਗਿਆ, ਸਾਈਜ਼ ਪ੍ਰੋਪਰਟੀ ਇਹਦੀ ਹੋ ਗਈ। ਇਹ ਸਾਰੀਆਂ ਪ੍ਰੋਪਰਟੀਜ਼ ਆ ਫਾਰਮੈਟਿੰਗ ਦੀਆਂ। ਚੇਂਜਿੰਗ ਦੀ ਫਾਰਮੈਟ ਆਫ ਏ ਸੈੱਲ ਡਜ਼ਨਟ ਇਫੈਕਟ ਦੀ ਸੈੱਲ ਵੈਲਿਊ ਦੈਟ ਐਕਸਲ ਯੂਜ਼ਿਜ਼ ਵੈਨ ਪਰਫੋਰਮਿੰਗ ਕੈਲਕੂਲੇਸ਼ਨ। ਹੁਣ ਜਦੋਂ ਆਪਾਂ ਟੈਕਸਟ ਨੂੰ ਫਾਰਮੈਟ ਕਰਦੇ ਹਾਂ ਜਾਂ ਸੈੱਲ ਨੂੰ ਫਾਰਮੈਟ ਕਰਦੇ ਹਾਂ, ਜੋ ਆਪਾਂ ਐਕਚੁਅਲ ਦੇ ਵਿੱਚ ਡਾਟਾ ਲਿਖਿਆ ਹੁੰਦਾ ਹੈ ਵਰਕਸ਼ੀਟ ਦੇ ਵਿੱਚ, ਡਾਟਾ ਚੇਂਜ ਨਹੀਂ ਹੁੰਦਾ, ਬਸ ਉਹਦੀ ਜਿਹੜੀ ਅਪੀਅਰੈਂਸ ਹੁੰਦੀ ਆ, ਅਪੀਅਰੈਂਸ ਇਨ ਦ ਸੈਂਸ ਜਦੋਂ ਜੋ ਆਪਾਂ ਨੂੰ ਦਿਖਦਾ ਆ, ਉਹਦੀ ਜਿਹੜੀ ਫਾਰਮੈਟਿੰਗ ਹੋ ਜਾਂਦੀ ਹੈ, ਮਤਲਬ ਕਿ ਉਹਦਾ ਕਲਰ ਚੇਂਜ ਹੋ ਜਾਂਦਾ ਆ ਜਦੋਂ ਆਪਾਂ ਕਲਰ ਚੇਂਜ ਕਰਦੇ ਹਾਂ, ਜਾਂ ਅਸੀਂ ਉਹਦਾ ਫੌਂਟ ਚੇਂਜ ਕਰ ਸਕਦੇ ਹਾਂ, ਠੀਕ ਹੈ, ਜਾਂ ਬੋਲਡ ਕਰ ਸਕਦੇ ਹਾਂ ਟੈਕਸਟ ਨੂੰ, ਉਹਨੂੰ ਆਪਾਂ ਫਾਰਮੈਟਿੰਗ ਕਹਿੰਦੇ ਹਾਂ। ਕਲੀਅਰ? ਅੱਗੇ ਆ ਜਾਓ। ਹੁਣ ਦੇਖੋ, ਆਹ ਦੇਖੋ, ਇਹਨਾਂ ਨੇ ਟੈਬ ਬਣਾਈ ਹੋਈ ਆ, ਇਹ MS ਐਕਸਲ ਦੀ ਟੈਬ ਆ। ਫਸਟ ਆਹ ਜਿਹੜੀ ਟੈਬ ਆ ਇੱਥੇ ਤੱਕ, ਠੀਕ ਹੈ, ਇਹ ਸਾਰਾ ਫਾਰਮੈਟਿੰਗ ਦੇ ਲਈ ਯੂਜ਼ ਹੁੰਦਾ ਆ। ਕਲੀਅਰ? ਆ ਜਿੰਨੀ ਵੀ ਮੈਂ ਹਾਈਲਾਈਟ ਕਰਕੇ ਤੁਹਾਨੂੰ ਦਿਖਾਈ ਆ, ਠੀਕ ਹੈ, ਰਿਕਟੈਂਗਲ ਸ਼ੇਪ ਦੇ ਵਿੱਚ। ਦੇਖੋ, ਇਹਦੇ ਵਿੱਚ ਆ ਸਾਰਾ ਹੀ ਇਹਨਾਂ ਨੇ ਦੱਸਿਆ ਹੋਇਆ। ਆਹ ਫੌਂਟ ਯੂਜ਼ ਕਰਨ ਦੇ ਲਈ ਆ, ਆ ਬੋਲਡ, ਇਟੈਲਿਕ, ਅੰਡਰਲਾਈਨ ਹੋ ਗਿਆ, ਠੀਕ ਆ, ਆ ਸਾਈਜ਼ ਹੋ ਗਿਆ, ਠੀਕ, ਆ ਕਲਰ ਚੇਂਜ ਕਰਨ ਲਈ ਹੋ ਗਿਆ ਟੈਕਸਟ ਦਾ। ਅਤੇ ਆਹ ਵਾਲੀ ਜਿਹੜੀ ਚੀਜ਼ ਇਹਨਾਂ ਨੇ ਬਣਾਈ ਹੋਈ ਆ, ਦੇਖੋ, ਆਹ ਦੇਖੋ, ਇਹਨਾਂ ਨੇ ਡਾਟਾ ਲਿਖਿਆ ਹੋਇਆ ਆ। ਫਸਟ 'ਤੇ ਕੀ ਲਿਖਿਆ ਆ? ਕਾਲਮ 'ਤੇ ਰੋਲ ਨੰਬਰ ਲਿਖਿਆ ਆ, ਨੇਮ ਲਿਖਿਆ ਆ, ਦੈਨ ਕਲਾਸ ਲਿਖੀ ਹੋਈ ਆ। ਇੱਦਾਂ ਤੁਸੀਂ ਰਿਕਾਰਡ ਜਿਹੜਾ ਸੇਵ ਕਰਨਾ ਆ। ਕਲੀਅਰ? ਦੈਨ ਨੈਕਸਟ, ਮਰਜ ਐਂਡ ਸੈਂਟਰ। ਮਰਜ ਐਂਡ ਸੈਂਟਰ ਕੀ ਹੁੰਦਾ ਆ ਕਿ ਜਿਹੜਾ ਟੈਕਸਟ ਹੁੰਦਾ ਆ ਉਹਨੂੰ ਅਸੀਂ ਜਾਂ ਤਾਂ ਅਸੀਂ ਮਲਟੀਪਲ ਜਿਹੜੇ ਸੈੱਲ ਹੁੰਦੇ ਆ, ਅਸੀਂ ਉਹਨਾਂ ਨੂੰ ਮਰਜ ਕਰ ਸਕਦੇ ਹਾਂ, ਇੱਕ ਸੈੱਲ ਬਣਾ ਸਕਦੇ ਹਾਂ। ਫੋਰ ਐਗਜ਼ਾਮਪਲ ਦੇਖੋ, ਆਪਣੇ ਕੋਲ ਆਹ ਵਾਲੇ ਸੈੱਲ ਆ, 3 ਸੈੱਲ ਆ, ਠੀਕ ਆ। ਫਸਟ ਇੱਕ ਆਹ ਵਾਲਾ ਸੈੱਲ ਆ, ਸੈਕਿੰਡ ਆਹ ਵਾਲਾ ਸੈੱਲ ਆ, ਥਰਡ ਇਹ ਵਾਲਾ ਸੈੱਲ ਆ। ਮਰਜ ਕਿਹਨੂੰ ਕਹਿੰਦੇ ਆ? ਜਦੋਂ ਇਹ ਤਿੰਨਾਂ ਸੈੱਲਸ ਜਿਹੜੇ ਆ, 3 ਸੈੱਲਸ ਆ, ਇਹਨਾਂ ਨੂੰ ਅਸੀਂ ਇੱਕ ਸੈੱਲ ਬਣਾ ਦੇਣਾ, ਉਹਨੂੰ ਅਸੀਂ ਕਹਿੰਦੇ ਆ ਮਰਜ, ਠੀਕ ਆ। ਅਤੇ ਉਸ ਤੋਂ ਬਾਅਦ ਸੈਂਟਰ ਕੀ ਹੁੰਦਾ ਆ? ਸੈਂਟਰ ਹੁੰਦਾ ਆ ਕਿ ਜੋ ਆ ਇਹਨਾਂ ਨੇ ਦੇਖੋ ਟੈਕਸਟ ਲਿਖਿਆ ਹੋਇਆ ਆ, ਇਹ ਸੈਂਟਰ ਵਿੱਚ ਲਿਖਿਆ ਹੋਇਆ ਆ, ਸੈੱਲ ਦੇ ਸੈਂਟਰ ਵਿੱਚ, ਅਤੇ ਇਹਨੂੰ ਆਪਾਂ ਕਹਿੰਦੇ ਹਾਂ ਸੈਂਟਰ। ਮਤਲਬ ਕਿ ਤੁਸੀਂ ਸੈੱਲਸ ਨੂੰ ਮਰਜ ਕਰਕੇ ਜੋ ਵੀ ਉਹਦਾ ਟੈਕਸਟ, ਜੋ ਉਹਦੇ ਅੰਦਰ ਤੁਸੀਂ ਵਿੱਚ ਫੀਡ ਕਰਦੇ ਆ, ਟੈਕਸਟ ਫੀਡ ਕਰਦੇ ਆ, ਉਹਨੂੰ ਸੈਂਟਰ ਦੇ ਵਿੱਚ ਰੱਖਣਾ।
ਨੈਕਸਟ ਇਹਨਾਂ ਨੇ ਦੱਸਿਆ ਹੋਇਆ, ਇਹਦੇ ਪੁਆਇੰਟਸ ਦੱਸੇ ਹੋਏ ਆ ਕਿ ਅਸੀਂ ਮਰਜ ਕਿੱਦਾਂ ਕਰਨਾ ਆ। ਦੇਖੋ ਫਸਟ ਪੁਆਇੰਟ ਇਹਦਾ ਕੀ ਆ, ਟਾਈਪ ਯੂਅਰ ਡਾਟਾ ਐਜ਼ ਸ਼ੋਨ ਇਨ ਦੀ ਫਿਗਰ 1.2। ਆਹ ਜਿਹੜੀ ਫਿਗਰ ਬਣੀ ਹੋਈ ਹੈ ਨਾ, ਇਹਦੇ ਵਿੱਚ ਆ ਦੇਖੋ ਇਹਨਾਂ ਨੇ ਡਾਟਾ ਐਂਟਰ ਕੀਤਾ ਆ। ਸੈਕਿੰਡ, ਹਾਈਲਾਈਟ ਔਰ ਸਿਲੈਕਟ ਦੀ ਰੇਂਜ ਆਫ ਦੀ ਸੈਲਸ। ਉਹ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਆ, ਸਿਲੈਕਟ ਕਰਨੇ ਆ ਸੈਲਸ। ਆ ਸਾਰੇ ਸੈਲਸ ਨੂੰ ਸਿਲੈਕਟ ਕਰ ਲੈਣਾ ਆ, ਆਪਾਂ ਇਹਨੂੰ ਹਾਈਲਾਈਟ ਵੀ ਕਹਿ ਸਕਦੇ ਹਾਂ। right click on the highlighted cell and select the format cells dialog box will be appear in 1.3 dialog box। ਦੇਖੋ ਜਦੋਂ ਤੁਸੀਂ ਆ ਸੈਲਸ ਜਿਹੜੇ ਆ ਦੇਖੋ ਹੁਣ ਇਹਨਾਂ ਨੇ ਇੱਥੇ ਆ ਸੈਲ ਸਿਲੈਕਟ ਕੀਤੇ ਆ, ਇਹਦੇ 'ਤੇ ਰਾਈਟ ਕਲਿੱਕ ਕੀਤਾ, ਠੀਕ ਹੈ। ਰਾਈਟ ਕਲਿੱਕ ਕਰਨ ਤੋਂ ਬਾਅਦ ਸਾਡੇ ਕੋਲ ਆਪਸ਼ਨ ਆ ਗਈ ਆ ਫਾਰਮੈਟ ਸੈਲਸ ਦੀ। ਫਾਰਮੈਟ ਸੈਲਸ ਨੂੰ ਜਦੋਂ ਤੁਸੀਂ ਕਲਿੱਕ ਕਰਦੇ ਆ ਦੈਨ ਇੱਕ ਡਾਇਲੋਗ ਬਾਕਸ ਓਪਨ ਹੁੰਦਾ ਆ ਵਾਲਾ। ਇਹਦੇ ਵਿੱਚ ਤੁਸੀਂ ਆ ਦੇਖੋ ਟੈਕਸਟ ਇਹਨਾਂ ਨੇ ਸਾਰਾ ਚੇਂਜ ਤੁਸੀਂ ਕਰ ਸਕਦੇ ਆ, ਅਲਾਈਨਮੈਂਟ ਚੇਂਜ ਕਰ ਸਕਦੇ ਆ, ਫੌਂਟ ਚੇਂਜ ਕਰ ਸਕਦੇ ਆ, ਬਾਰਡਰ ਚੇਂਜ ਕਰ ਸਕਦੇ ਆ, ਠੀਕ ਆ। ਆ ਦੇਖੋ ਮਰਜ ਦੀ ਇਹਦੇ ਵਿੱਚ ਆਪਸ਼ਨ ਆ ਰਹੀ ਹੈ, ਮਰਜ ਨੂੰ ਤੁਸੀਂ ਟਿਕ ਮਾਰਕ ਕਰ ਦੇਣਾ ਹੈ। ਜਦੋਂ ਤੁਸੀਂ ਮਰਜ ਨੂੰ ਟਿਕ ਮਾਰਕ ਕਰੋਗੇ ਦੈਨ ਆਹ ਦੇਖੋ ਇੱਧਰ ਆਹ ਜਿਹੜੀ ਲਿਸਟ ਆਫ ਸਟੂਡੈਂਟ ਆ ਰਿਹਾ ਆ ਇਸ ਸੈਂਟਰ ਦੇ ਵਿੱਚ ਆ ਜਾਣਾ ਆ, ਠੀਕ ਆ। ਆ ਦੇਖੋ ਨੈਕਸਟ ਇਹਨਾਂ ਨੇ ਆਨਸਰ ਤੁਹਾਨੂੰ ਦੱਸ ਦਿੱਤਾ, ਆ ਲਿਸਟ ਆਫ ਸਟੂਡੈਂਟ ਜਿਹੜਾ ਆ ਉਹ ਸੈਂਟਰ ਦੇ ਵਿੱਚ ਆ ਗਿਆ। ਮਤਲਬ ਕਿ ਇੱਕ ਤਾਂ ਉਹ ਮਰਜ ਹੋ ਗਏ ਸੈਲਸ ਜਿੰਨੇ ਤੁਸੀਂ ਕੰਬਾਈਨ ਕੀਤੇ ਸੀ ABCD ਤੱਕ। ਉਹ ਤੋਂ ਬਾਅਦ ਉਹ ਜਿਹੜਾ ਟੈਕਸਟ ਵਿੱਚ ਲਿਖਿਆ ਹੋਇਆ ਲਿਸਟ ਆਫ ਸਟੂਡੈਂਟਸ ਲਿਖਿਆ ਹੋਇਆ ਆ ਉਹ ਸੈਂਟਰ ਦੇ ਵਿੱਚ ਆ ਗਿਆ, ਠੀਕ ਆ। ਬਸ ਅੱਜ ਤੁਸੀਂ ਇਹ ਇੰਨਾ ਹੀ ਆਪਾਂ ਟੌਪਿਕ ਡਿਸਕਸ ਕਰਦੇ ਹਾਂ। ਅਗਰ ਕੋਈ ਪ੍ਰੋਬਲਮ ਹੋਈ ਦੈਨ ਯੂ ਕੈਨ ਆਸਕ ਮੀ। ਥੈਂਕ ਯੂ।